प्यारे विद्यार्थियों, मैं बलजिंदर कौर सरकारी सीनियर सैकेंडरी स्कूल चन्नों सारिਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਦੀ ਕਲਾਸ ਵਿੱਚ ਆਪਾਂ ਸਾਰਿਆਂ ਦਾ ਸਵਾਗਤ ਕਰਦੇ ਹਾਂ। ਅੱਜ ਆਪਾਂ 10ਵੀਂ ਜਮਾਤ ਦੇ ਲੈਸਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਹੈ ਜਿਹੜੀ ਉਹ ਹਾਸਲ ਕਰਾਂਗੇ। ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਨੇ ਅਤੇ ਉਹਨਾਂ ਦੀਆਂ ਸਿੱਖਿਆਵਾਂ ਨੇ ਜਿਹੜੀਆਂ ਉਹ ਉਹਨਾਂ ਦੇ ਬਾਰੇ ਚਾਨਣਾ ਜਿਹੜਾ ਆਪਾਂ ਪਾਵਾਂਗੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਿਕਚਰ ਸਾਹਮਣੇ ਬੈਠੇ ਆ ਰਹੀ ਹੈ। ਤੁਸੀਂ ਦੇਖਿਆ ਇਹ ਸਿੱਖਾਂ ਦੇ ਪਹਿਲੇ ਗੁਰੂ ਨੇ। ਆਪਾਂ ਪਿਛਲੇ ਟੌਪਿਕ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਇਹਨਾਂ ਦੇ ਬਚਪਨ ਬਾਰੇ, ਜਨਮ, ਮਾਤਾ ਪਿਤਾ ਬਾਰੇ, ਉਹ ਸਾਰਾ ਤੁਹਾਨੂੰ ਆਪਾਂ ਦੱਸ ਚੁੱਕੇ ਹਾਂ। ਹੁਣ ਇਸ ਤੋਂ ਆਪਾਂ ਅੱਗੇ ਜਿਹੜਾ ਚੱਲਾਂਗੇ। ਪਰਮਾਤਮਾ ਸੰਬੰਧੀ ਵਿਚਾਰ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੇ ਜਿਹੜੀਆਂ ਇਹਨਾਂ ਦੀਆਂ ਸਿੱਖਿਆਵਾਂ ਨੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਇਹ ਹੈ ਕਿ ਇਹਨਾਂ ਦੇ ਪਰਮਾਤਮਾ ਸੰਬੰਧੀ ਵਿਚਾਰ ਨੇ ਜਿਹੜੇ ਉਹ ਕਿਹੋ ਜਿਹੇ ਨੇ। ਜਿਹੜੇ ਬੱਚਿਆਂ ਨੂੰ ਸ਼ਾਇਦ ਗੁਰਬਾਣੀ ਆਉਂਦੀ ਹੋਵੇ ਕਿ ਜਪਜੀ ਸਾਹਿਬ ਦੇ ਵਿੱਚ ਮੂਲ ਮੰਤਰ ਹੈ ਸਭ ਤੋਂ ਸ਼ੁਰੂ ਦੇ ਵਿੱਚ ਹੀ, ਉਹ ਜੇ ਤੁਹਾਨੂੰ ਯਾਦ ਹੈ ਤਾਂ ਤੁਸੀਂ ਉਹ ਇਹਦੇ ਵਿੱਚ ਸਾਰਾ ਲਿਖ ਸਕਦੇ ਹੋ। ਇੱਕ ਓਂਕਾਰ ਦਾ ਕੀ ਮਤਲਬ ਹੈ ਕਿ ਪਰਮਾਤਮਾ ਇੱਕ ਹੈ ਅਤੇ ਪਰਮਾਤਮਾ ਇੱਕ ਹੈ ਕਿ ਸਾਰੀ ਸ੍ਰਿਸ਼ਟੀ ਉਸ ਤੋਂ ਹੀ ਉਤਪੰਨ ਹੋਈ ਹੈ। ਪਰਮਾਤਮਾ ਨਿਰੰਕਾਰ ਹੈ, ਉਹਦਾ ਕੋਈ ਆਕਾਰ ਨਹੀਂ ਅਤੇ ਪਰਮਾਤਮਾ ਅਮੂਰਤ ਹੈ। ਉਹਦੀ ਮਤਲਬ ਕਿ ਕੋਈ ਮੂਰਤੀ ਨਹੀਂ ਹੈਗੀ, ਉਹਦੀ ਕੋਈ ਸ਼ਕਲ ਨਹੀਂ, ਉਹ ਆਪਣੇ ਆਪ ਤੋਂ ਹੀ ਬਣਿਆ ਹੈ। ਪਰਮਾਤਮਾ ਸਰਵ ਵਿਆਪਕ ਹੈ, ਸਾਰੇ ਕਿਤੇ ਫੈਲਿਆ ਹੋਇਆ ਹੈ। ਸਰਵ ਵਿਆਪਕ ਕਿ ਹਰ ਇੱਕ ਥਾਂ 'ਤੇ ਫੈਲਿਆ ਹੋਇਆ ਹੈ ਅਤੇ ਸ਼ਕਤੀਮਾਨ ਹੈ। ਸ਼ਕਤੀਮਾਨ ਕਿ ਉਸ ਤੋਂ ਵੱਡੀ ਕੋਈ ਹੋਰ ਸ਼ਕਤੀ ਨਹੀਂ ਹੈ, ਉਹ ਸਾਰਿਆਂ ਤੋਂ ਵੱਡਾ ਹੈ, ਆਪਣੇ ਆਪ ਤੋਂ ਉਤਪੰਨ ਹੋਇਆ ਹੈ। ਜਿਵੇਂ ਕਿ ਆਪਾਂ ਮੂਲ ਮੰਤਰ ਬਾਰੇ ਦੱਸੀਏ, ਇੱਕ ਓਂਕਾਰ, ਪਰਮਾਤਮਾ ਇੱਕ ਹੈ। ਸਤਿਨਾਮ, ਉਹਦਾ ਨਾਮ ਸੱਚ ਹੈ। ਕਰਤਾ ਪੁਰਖ, ਜਿਹੜੇ ਪੁਰਖਾਂ ਨੂੰ ਮਤਲਬ ਬਣਾਉਣ ਵਾਲਾ ਹੈ, ਸ੍ਰਿਸ਼ਟੀ ਦੇ ਵਿੱਚ ਸਾਜੇ ਹੋਏ, ਉਹਦੇ ਵਿੱਚ ਉਹ ਆਪ ਰਮਿਆ ਹੋਇਆ। ਨਿਰਭਉ, ਉਸਨੂੰ ਕਿਸੇ ਦਾ ਕੋਈ ਭਉ ਨਹੀਂ। ਨਿਰਵੈਰ, ਉਸ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ। ਅਕਾਲ ਮੂਰਤ, ਉਸ ਸਮੇਂ ਵਿੱਚ ਨਹੀਂ ਹੈਗਾ, ਅਕਾਲ ਸਮੇਂ ਵਿੱਚ ਵੱਜਿਆ ਹੋਇਆ ਨਹੀਂ ਹੈਗਾ। ਅਕਾਲ ਮੂਰਤ, ਅਜੂਨੀ, ਉਸ ਦੀ ਕੋਈ ਜੂਨੀ ਨਹੀਂ ਕਿ ਭਾਵ ਉਹ ਨਾ ਜੰਮਦਾ ਅਤੇ ਨਾ ਮਰਦਾ। ਸੈਭੰ, ਆਪਣੇ ਆਪ ਤੋਂ ਉਤਪੰਨ ਜਿਹੜਾ ਉਹ ਹੋਇਆ ਹੈ। ਇਹ ਸਾਰੇ ਆਪਾਂ ਜੀ ਪਰਮਾਤਮਾ ਸੰਬੰਧੀ ਵਿਚਾਰ ਨੇ ਜਿਹੜੇ, ਇਹ ਤੁਹਾਡਾ ਪਹਿਲਾ ਪੁਆਇੰਟ ਹੋ ਗਿਆ। ਅਗਲੀਆਂ ਜਿਹੜੀਆਂ ਆਪਣਾ ਪਰਮਾਤਮਾ ਲਈ ਦੱਸ ਰਹੀ ਹਾਂ ਮੈਂ, ਪਰਮਾਤਮਾ ਸਰਵ ਸ੍ਰੇਸ਼ਟ ਹੈ, ਪਰਮਾਤਮਾ ਦਿਆਲੂ ਹੈ। ਸਰਵ ਸ੍ਰੇਸ਼ਟ ਹੈ ਕਿ ਸਭ ਤੋਂ ਉੱਤਮ ਹੈ ਅਤੇ ਅਸੀਂ ਇਸ ਦੀ ਮਹਾਨਤਾ ਨੂੰ ਜਾਣ ਹੀ ਨਹੀਂ ਸਕਦੇ। ਪਰਮਾਤਮਾ ਦਿਆਲੂ ਹੈ ਕਿ ਉਹ ਹਰ ਸਮੇਂ ਸਾਡੇ 'ਤੇ ਕਿਰਪਾ ਜਿਹੜੀ ਕਿਰਪਾਲੂ ਹੈ, ਦਿਆਲੂ ਹੈ, ਕਰਦਾ ਰਹਿੰਦਾ ਹੈ। ਚਾਹੇ ਅਸੀਂ ਉਹਨੂੰ ਬੁਰਾ ਸ਼ਬਦ ਬੋਲੀਏ, ਜੋ ਵੀ ਕਹੀਏ, ਉਹ ਆਪਾਂ ਸਾਰਾ ਦਿਨ ਆਪਣੀਆਂ ਦਾਤਾਂ ਜਿਹੜੀਆਂ ਉਹ ਸਾਨੂੰ ਦਿੰਦਾ ਹੀ ਰਹਿੰਦਾ ਹੈ। ਹੁਣ ਆ ਗਿਆ ਸਾਡਾ ਨੈਕਸਟ ਪੁਆਇੰਟ ਹੈ ਜਿਹੜਾ ਨਾਮ ਜਪਣ 'ਤੇ ਜ਼ੋਰ। ਗੁਰੂ ਸਾਹਿਬ ਨੇ ਕਿਹਾ ਹੈ ਕਿ ਪਰਮਾਤਮਾ ਦਾ ਨਾਮ ਹੈ ਜਿਹੜਾ ਉਹ ਸਾਨੂੰ ਜਪਣਾ ਚਾਹੀਦਾ, ਉਸ 'ਤੇ ਉਹਨਾਂ ਨੇ ਜ਼ੋਰ ਦਿੱਤਾ। ਗੁਰੂ ਨਾਨਕ ਦੇਵ ਜੀ ਵਾਹਿਗੁਰੂ ਸ਼ਬਦ ਦਾ ਜਿਹੜਾ ਜਾਪ ਸੀ ਉਹ ਕਰਦੇ ਹੁੰਦੇ ਸੀ। ਗੁਰੂ ਦਾ ਮਹੱਤਵ, ਉਹਨਾਂ ਨੇ ਕਿਹਾ ਕਿ ਗੁਰੂ ਤੋਂ ਬਿਨਾਂ ਜਿਹੜਾ ਅਸੀਂ ਪਰਮਾਤਮਾ ਦਾ ਮਿਲਾਨ ਨਹੀਂ ਹੋ ਸਕਦਾ। ਉਹ ਗੁਰੂ ਦੀ ਦੇਹਧਾਰੀ ਗੁਰੂ ਦੀ ਗੱਲ ਨਹੀਂ ਕਰਦੇ, ਇੱਥੇ ਸ਼ਬਦ ਗੁਰੂ ਦੀ ਗੱਲ ਕਰਦੇ ਹੈ ਕਿ ਸ਼ਬਦ ਗੁਰੂ ਲੈ ਕੇ ਅਸੀਂ ਸ਼ਬਦ ਗੁਰੂ ਤੋਂ ਚੇਲਾ, ਸ਼ਬਦ ਗੁਰੂ ਲੈ ਕੇ ਅਸੀਂ ਪਰਮਾਤਮਾ ਤੱਕ ਪਹੁੰਚ ਸਕਦੇ ਹਾਂ। ਕਰਮ ਸਿਧਾਂਤਾਂ ਵਿੱਚ ਵਿਸ਼ਵਾਸ ਕਿ ਉਹ ਕਹਿੰਦੇ ਜਿਹੋ ਜਿਹੇ ਤੁਸੀਂ ਕਰਮ ਕਰੋਗੇ ਉਹੋ ਜਿਹੇ ਹੀ ਤੁਸੀਂ ਫਲ ਹੈ ਜਿਹੜਾ ਭੋਗੋਗੇ। ਜੇ ਤੁਸੀਂ ਚੰਗੇ ਕਰਮ ਕਰੋਗੇ ਤਾਂ ਤੁਹਾਨੂੰ ਚੰਗਾ ਫਲ ਮਿਲੇਗਾ, ਜੇ ਤੁਸੀਂ ਬੁਰੇ ਕਰਮ ਮਿਲੋਗੇ, ਜਿਹੋ ਜਿਹੇ ਤੁਸੀਂ ਕਰਮ ਕਰੋਗੇ ਉਹੋ ਜਿਹੇ ਕਰਮ ਦਾ ਫਲ ਹੈ ਜਿਹੜਾ ਉਹ ਪ੍ਰਾਪਤ ਕਰਾਂਗੇ। ਜਾਤ ਪਾਤ ਦਾ ਖੰਡਨ, ਉਹਨਾਂ ਨੇ ਕਿਹਾ ਹੈ ਕਿ ਪਰਮਾਤਮਾ ਇੱਕ ਹੈ, ਸਾਰੀ ਸ੍ਰਿਸ਼ਟੀ ਉਸ ਤੋਂ ਉਤਪੰਨ ਹੋਈ ਹੈ। ਉਹਨਾਂ ਨੇ ਵੇਈ ਨਦੀ ਵਿੱਚੋਂ ਨਿਕਲੇ ਹੋਏ ਹੀ ਸ਼ਬਦ ਨਿਕਲੇ ਕਿ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਕਿ ਸਾਰੇ ਭਰਾ ਹਨ। ਅਤੇ ਅਗਲਾ ਪੁਆਇੰਟ ਜਿਹੜਾ ਸਾਡਾ ਹੈਗਾ ਸਮਾਜ ਸੇਵਾ। ਉਹ ਸਮਾਜ ਦੀ ਸੇਵਾ ਕਰਨ ਵਿੱਚ ਲੱਗੇ ਰਹੇ, ਲੋਕਾਂ ਨੂੰ ਸੁਧਾਰਦੇ ਰਹੇ। ਜਿਵੇਂ ਕਿ ਬਲੀ ਕੰਧਾਰੀ ਵਰਗੇ ਹੋ ਗਏ, ਸੱਜਣ ਠੱਗ ਹੋ ਗਿਆ, ਕੌੜਾ ਰਾਕਸ਼ਸ ਹੋ ਗਿਆ, ਹੋਰ ਵੀ ਬਹੁਤ ਸਾਰੀਆਂ ਉਦਾਹਰਨਾਂ ਨੇ। ਉਹਨਾਂ ਨੇ ਸਮਾਜ ਦੀ ਜਿਹੜੀ ਸੇਵਾ ਕੀਤੀ, ਤੜਫਦੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ।
ਯੱਗ ਬਲੀ ਤੇ ਫਜ਼ੂਲ ਦੇ ਕਰਮ ਕਾਂਡਾਂ ਵਿੱਚ ਅਵਿਸ਼ਵਾਸ। ਉਹਨਾਂ ਨੇ ਕਿਹਾ ਕਿ ਯੱਗ ਕਰਨੇ, ਪਰਮਾਤਮਾ ਇੱਦਾਂ ਖੁਸ਼ ਨਹੀਂ ਹੁੰਦਾ ਕਿ ਤੁਸੀਂ ਯੱਗ ਕਰ ਦੋਗੇ, ਜਾਂ ਫਿਰ ਜਾਨਵਰਾਂ ਦੀਆਂ ਅੱਗੇ ਲੋਕ ਬਲੀਆਂ ਦਿੰਦੇ ਸੀ, ਬੱਕਰੇ ਦੀ ਬਲੀ ਦੇਤੀ, ਜਿਵੇਂ ਮੁਰਗੇ ਦੀ ਬਲੀ ਦੇਤੀ, ਇੱਦਾਂ ਜਾਨਵਰ ਮਾਰ ਕੇ ਪਰਮਾਤਮਾ ਜਿਹੜਾ ਖੁਸ਼ ਹੋ ਜਾਊਗਾ। ਇਹ ਸਾਰੇ ਕੀ ਨੇ? ਫਜ਼ੂਲ ਦੇ ਕਰਮ ਕਾਂਡ ਨੇ। ਪਰਮਾਤਮਾ ਦਾ ਨਾਮ ਹੀ ਲੈਣਾ ਚਾਹੀਦਾ, ਸਾਨੂੰ ਉਸ ਦੇ ਨਾਲ ਜੁੜਨਾ ਚਾਹੀਦਾ। ਅਤੇ ਇੱਦਾਂ ਦੇ ਜਿਹੜੇ ਫੋਕੇ ਕਰਮ ਕਾਂਡ ਨੇ, ਜਿਵੇਂ ਆਪਾਂ ਕਹਿੰਦੇ ਵੀ ਮੂਰਤੀ ਬਣਾ ਕੇ ਉੱਥੇ ਜਾ ਕੇ ਮੱਥਾ ਟੇਕਣਾ, ਇੱਦਾਂ ਦੇ ਉਹ ਫਜ਼ੂਲ ਦੇ ਕਰਮ ਕਾਂਡਾਂ ਦੇ ਵਿੱਚ ਉਹ ਅਵਿਸ਼ਵਾਸ ਰੱਖਦੇ ਸੀ, ਜਾਣੀ ਕਿ ਉਹਦੇ ਵਿੱਚ ਉਹ ਵਿਸ਼ਵਾਸ ਨਹੀਂ ਰੱਖਦੇ ਸੀ। ਮੂਰਤੀ ਪੂਜਾ ਦਾ ਖੰਡਨ। ਉਹਨਾਂ ਨੇ ਕਿਹਾ ਕਿ ਪਰਮਾਤਮਾ ਦੀ ਤਾਂ ਕੋਈ ਸ਼ਕਲ ਹੀ ਨਹੀਂ, ਮੂਰਤੀ ਨਹੀਂ ਹੈ। ਜੇ ਸ਼ਕਲ ਹੈ ਜਿਹੜੀ ਪਰਮਾਤਮਾ ਦੀ ਕੋਈ ਮੂਰਤੀ ਹੀ ਨਹੀਂ ਹੈਗੀ, ਇਸ ਕਰਕੇ ਮੂਰਤੀ ਪੂਜਾ ਦੇ ਵਿੱਚ ਉਹ ਅਵਿਸ਼ਵਾਸ ਰੱਖਦੇ ਸੀ। ਮੂਰਤੀ ਪੂਜਾ ਦਾ ਉਹਨਾਂ ਨੇ ਖੰਡਨ ਕੀਤਾ। ਉਹਨਾਂ ਨੇ ਕਿਹਾ ਕਿ ਮੂਰਤੀਆਂ ਦੀ ਪੂਜਾ ਨਹੀਂ ਕਰਨੀ। ਗ੍ਰਹਿਸਥੀ ਜੀਵਨ ਦੇ ਜ਼ੋਰ। ਗੁਰੂ ਨਾਨਕ ਦੇਵ ਜੀ ਕਹਿੰਦੇ ਸੀ, ਗੁਰੂ ਨਾਨਕ ਦੇਵ ਜੀ ਦੇਖੋ ਆਪ ਵੀ ਉਹਨਾਂ ਨੇ ਵਿਆਹ ਕਰਾਇਆ, ਉਹਨਾਂ ਦੇ 2 ਪੁੱਤਰ ਵੀ ਹੋਏ, ਬਾਬਾ ਸ਼੍ਰੀ ਚੰਦ ਅਤੇ ਬਾਬਾ ਲక్ష్ਮੀ ਦਾਸ। ਅਤੇ ਇਹ ਉਹਨਾਂ ਨੇ ਵਿਆਹ ਵਾਲਾ ਜੀਵਨ ਨੂੰ ਗ੍ਰਸਤੀ ਜੀਵਨ ਕਿਹਾ ਜਾਂਦਾ ਹੈ ਕਿ ਆਪਣੇ ਪਰਿਵਾਰ ਦੇ ਵਿੱਚ ਹੀ ਰਹਿ ਕੇ ਪਰਮਾਤਮਾ ਨੂੰ ਪਾਉਣਾ ਹੈ। ਜੰਗਲਾਂ ਦੇ ਵਿੱਚ ਜਾ ਕੇ ਜਾਂ ਹੋਰ ਥਾਵਾਂ 'ਤੇ ਸੰਨਿਆਸ ਲੈ ਕੇ ਪਰਮਾਤਮਾ ਨੂੰ ਅਸੀਂ ਨਹੀਂ ਮਤਲਬ ਪਾ ਸਕਦੇ। ਇਸ ਦੇ ਵਿੱਚ ਹੀ ਰਹਿ ਕੇ ਸਾਨੂੰ ਪਰਮਾਤਮਾ ਨੂੰ ਪਾਉਣਾ ਚਾਹੀਦਾ ਹੈ। ਹਾਂ ਬੇਟੇ, ਅੱਗੇ ਜਿਹੜੇ ਆਪਾਂ ਇਹਦੇ ਨਾਲ ਰਿਲੇਟਡ ਕੁਐਸਚਨ ਨੇ ਗੁਰੂ ਨਾਨਕ ਦੇਵ ਜੀ ਦੇ, ਜਿਵੇਂ ਇਸ ਦਾ ਸਭ ਤੋਂ ਵੱਡਾ ਪ੍ਰਸ਼ਨ ਪਹਿਲਾਂ ਇਹ ਬਣਦਾ, ਤੁਸੀਂ ਨੋਟ ਕਰ ਲਓ। ਵੱਡਾ ਪ੍ਰਸ਼ਨ ਜਿਹੜਾ ਇਹ ਬਣੂਗਾ ਕਿ ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਕੀ ਵਿਚਾਰ ਨੇ। ਇਹਦੇ ਬਾਰੇ ਤੁਸੀਂ ਪਹਿਲਾਂ ਇਕੱਲੇ ਪਰਮਾਤਮਾ ਸੰਬੰਧੀ ਵਿਚਾਰ ਦਿਓਗੇ। ਜੇ ਤੁਹਾਨੂੰ ਮੂਲ ਮੰਤਰ ਆਉਂਦਾ ਤਾਂ ਤੁਸੀਂ ਉਹਦੇ ਹੈਡਿੰਗ ਵੀ ਨਾਲ ਦੇ ਸਕਦੇ ਹੋ। ਅਤੇ ਅਗਲਾ ਪ੍ਰਸ਼ਨ ਇਹਦਾ ਬਣ ਸਕਦਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ, ਕੋਈ 10 ਲਿਖੋ ਜਾਂ 6 ਲਿਖੋ। ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਕੀ ਹਨ, ਉਹਦੇ ਬਾਰੇ ਲਿਖੋ। ਜਾਂ ਗੁਰੂ ਨਾਨਕ ਦੇਵ ਜੀ ਦੀਆਂ ਕੋਈ 6 ਸਿੱਖਿਆਵਾਂ ਜਿਹੜੀਆਂ ਉਹ ਲਿਖੋ। ਅਤੇ ਇਸ ਦੇ ਵਿੱਚ ਤੁਸੀਂ ਫਿਰ ਸਿੱਖਿਆਵਾਂ ਦੇ ਵਿੱਚ ਸਾਰੇ ਹੀ ਪੁਆਇੰਟ ਦਿਓ। ਸਿੱਖਿਆਵਾਂ ਦੇ ਵਿੱਚ ਤੁਸੀਂ ਸਾਰੇ ਦੇ ਸਾਰੇ ਪੁਆਇੰਟ ਦਿਓਗੇ। ਪਰਮਾਤਮਾ ਸੰਬੰਧੀ ਵਿਚਾਰ ਤੋਂ ਲੈ ਕੇ ਸਾਰਾ ਉਹ ਦੇ ਕੇ ਅੱਗੇ ਸਾਰੇ ਹੈਡਿੰਗ ਬਣਾ ਕੇ ਮੋਟੇ ਹੈਡਿੰਗ ਸਾਰੇ ਦਿਓਗੇ, ਅਤੇ ਅੱਗੇ ਉਹਨਾਂ ਨੂੰ ਥੋੜ੍ਹੀ ਉਹਨਾਂ ਦੀ ਡਿਟੇਲ ਹੈ ਜਿਹੜੀ ਤੁਸੀਂ ਉਹ ਦਿਓਗੇ। ਅੱਗੇ ਬੇਟੇ ਗੁਰੂ ਨਾਨਕ ਦੇਵ ਜੀ ਦੇ 3 ਸਿਧਾਂਤ ਸੀਗੇ ਜਿਹੜੇ, ਨਾਮ ਜਪੋ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਇਹਦਾ ਵੀ ਤੁਸੀਂ ਹੈਡਿੰਗ ਹੈ ਜਿਹੜਾ ਉਹ ਨਾਲ ਲੈ ਸਕਦੇ ਹੋ। ਅਤੇ ਹੁਣ ਜਿਹੜਾ ਆਪਣਾ ਅੱਜ ਦਾ ਜਿਹੜਾ ਲੈਸਨ ਸੀ ਉਹ ਸਾਰਾ ਆਪਾਂ ਕੰਪਲੀਟ ਕਰ ਲਿਆ। ਮੈਨੂੰ ਉਮੀਦ ਹੈ ਤੁਸੀਂ ਜ਼ਰੂਰ ਸੁਣਿਆ ਹੋਵੇਗਾ। ਅੱਜ ਦੀ ਕਲਾਸ ਦੇ ਵਿੱਚ ਆਪਾਂ ਮੁੜ ਤੋਂ ਤੁਹਾਡਾ ਧੰਨਵਾਦ ਜਿਹੜਾ ਕਰਦੇ ਹਾਂ, ਸਵਾਗਤ ਕਰਦੇ ਹਾਂ ਅਤੇ ਨਾਲ ਧੰਨਵਾਦ ਕਰਦੇ ਹਾਂ। ਥੈਂਕ ਯੂ ਬੇਟੇ।